ਵਾਹਿਗੁਰੂ 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏ ਹੋ ਨਾਨਕ ਚਾਹੋ ਏ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਵਾਹਿਗੁਰੂ 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 ਜਪੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਗੁਰੂ ਨਾਨਕ ਜੋ ਸੋਰਠ ਰਾਗ ਦੇ ਅੰਦਰ ਘਰ ਦੂਜੇ ਅੰਦਰ ਇਹ ਪਾਵਨ ਸ਼ਬਦ ਗਾਇਨ ਕੀਤਾ ਗਿਆ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ। ਮਾਤਾ ਦੇ ਜਿਹੜੇ ਗਰਭ ਵਿੱਚ ਜਦੋਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਉਧਰ ਅੱਗ ਹੈ ਜੀ, ਅਗਨੀ ਹੈ। ਆਪਨ ਸਿਮਰਨ ਦੇ, ਆਪਣੇ ਸਿਮਰਨ ਦੀ ਸ਼ਕਤੀ ਨਾਲ ਪ੍ਰਭੂ ਉੱਥੇ ਵੀ ਬੱਚੇ ਦੀ ਰਾਖੀ ਕਰ ਲੈਂਦੇ ਹਨ। ਤੈਂ ਤੁਮ ਰਾਖਨ ਹਾਰੇ।
हे प्रभु ਤੁਹਾਡੇ ਬੇਅੰਤੀ ਗੁਣ ਹਨ। ਉਸ ਔਖੀ ਘੜੀ ਦੇ ਵਿੱਚ ਵੀ ਉਸ ਬੱਚੇ ਦਾ ਧਿਆਨ ਪ੍ਰਭੂ ਦੇ ਸਿਮਰਨ ਵਿੱਚ ਲੱਗ ਜਾਂਦਾ ਹੈ, ਤਾਂ ਕਰਕੇ ਉਹਦੀ ਰਾਖੀ ਹੋ ਜਾਂਦੀ ਹੈ। ਪਾਵਕ ਸਾਗਰ ਅਥਾ ਲਹਿਰ ਮੇਂ ਤਾਰੋ ਤਾਰਨਹਾਰੇ। ਇਸ ਸਾਗਰ ਦੇ ਅੰਦਰ ਤੁਸੀਂ ਸਾਨੂੰ ਪਾਵਕ ਬਣ ਕੇ ਇਹ ਲਹਿਰਾਂ ਦੇ ਵਿੱਚ, ਸਮੁੰਦਰ ਵਿੱਚ ਜਿਸ ਤਰ੍ਹਾਂ ਤੂਫਾਨ ਲਹਿਰਾਂ ਉੱਠਦੀਆਂ ਉਸ ਤਰ੍ਹਾਂ ਹੀ ਸਾਨੂੰ ਵੀ ਤਾਰ ਲਓ। ਤਾਰੋ ਤਾਰਨਹਾਰੇ, ਇਹ ਤਾਰਨਹਾਰੇ ਪ੍ਰਭੂ ਸਾਡੀ ਨਾਵ ਜਈ, ਸਾਡੀ ਕਿਸ਼ਤੀ ਵੀ ਉਸ ਪਾਰ ਲੰਘਾ ਦੇ, ਸਾਨੂੰ ਬਚਾ ਲੈ ਮਹਾਰਾਜ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹ ਮੇਰੇ ਮਾਧੋ, ਪ੍ਰਭੂ ਦੇ ਵਾਸਤੇ ਇਹ ਸੰਬੋਧਨ ਕੀਤਾ ਗਿਆ ਹੈ। ਮਾਧੋ ਤੂੰ ਠਾਕੁਰ, ਤੂੰ ਮੇਰਾ ਠਾਕੁਰ ਹੈ। ਸਿਰ ਮੋਰਾ, ਮੇਰੇ ਸਿਰ ਦੇ ਉੱਪਰ ਤੇਰਾ ਹੱਥ ਹੈ। ਗੁਰੂ ਅਰਜਨ ਦੇਵ ਜੀ ਆਖਦੇ ਹਨ ਈਹਾਂ ਊਹਾਂ ਤੁਆਰੋ ਧੋਰਾ, ਇੱਥੇ ਵੀ ਤੇਰੀ ਹੀ ਆਸ ਹੈ। ਊਹਾਂ ਜਿੱਥੇ ਜਾਣਾ ਹੈ ਸਿਰਫ ਤੁਹਾਡੀ ਹੀ ਆਸ ਹੈ। ਰਹਾਓ ਕੀਤੇ ਕੋ ਮੇਰਾ ਸਮਾਨੇ, ਕਰਨ ਹਾਰ ਤ੍ਰਿਣ ਜਾਣੇ। ਜਿਸ ਤਰ੍ਹਾਂ ਮੇਰੂ ਪਰਬਤ ਨੂੰ ਲੋਕ ਨਾ ਉੱਚਾ ਮੰਨਦੇ ਬੜਾ, ਇਸੇ ਤਰ੍ਹਾਂ ਇਹ ਜਿਹੜੇ ਪਦਾਰਥ ਹੈ ਨਾ, ਦੁਨੀਆਦਾਰੀ ਦੇ ਪਦਾਰਥ, ਸੁੱਖਾਂ ਦੇ, ਜਿਹਨੂੰ ਇਨ ਪਦਾਰਥਾਂ ਨੂੰ ਤੇ ਇਨਸਾਨ ਮੇਰੂ ਵਰਗਾ ਸਮਝਦਾ ਹੈ ਕਿ ਬੜੇ ਹੀ ਵੱਡੇ ਹਨ, ਬੜੀ ਵੱਡੀ ਗੱਲ ਹੈ। ਪੈਸਾ ਆ ਜਾਣਾ ਜਾਂ ਸੁੱਖ ਆ ਜਾਣੇ ਘਰ ਦੇ ਅੰਦਰ, ਇਹਨੂੰ ਤਾਂ ਮੇਰੂ ਪਰਬਤ ਦੇ ਸਮਾਨ ਮੰਨਦਾ ਹੈ। ਆਖੋ ਸਤਨਾਮ ਸ਼੍ਰੀ ਵਾਹ। ਪ੍ਰਭੂ ਵਾਸਤੇ ਉਹ ਜਿਹੜੇ ਪਦਾਰਥ ਹੈ ਮੇਰੂ ਵਰਗੇ ਦੁਨੀਆਦਾਰੀ ਦੇ, ਉਹ ਇੱਕ ਤਿਲ ਜਿਹਨੂੰ ਕਹਿੰਦੇ ਨੇ, ਬਿਲਕੁਲ ਤਿੱਲੇ, ਜਿਹੜੀ ਬਿਲਕੁਲ ਛੋਟਾ ਜਿਹਾ ਤਿੱਲਾ, ਉਸ ਸਮਾਨ ਪ੍ਰਭੂ ਉਹਨਾਂ ਨੂੰ ਮੰਨਦਾ ਹੈ। ਆਖੋ ਸਤਨਾਮ ਸ਼੍ਰੀ ਵਾਹ। ਪ੍ਰਭੂ ਵਾਸਤੇ ਕੁਛ ਨਹੀਂ ਹੈ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਾ ਵਸ ਹੈ ਕਾਮ ਧੇਨਾ। ਕਾਮ ਧੇਨਾ ਵੀ ਉਹਦੇ ਵਸ ਹੈ ਜੀ। ਤੂੰ ਦਾਤਾ ਮੰਗਨ ਕੋ ਸਗਲੀ, ਤੁਸੀਂ ਦਾਤਾ ਹੋ ਜੀ, ਤੇ ਸਾਰੀ ਕਲਖਤ ਮਨੁੱਖਤਾ, ਜੀਵ ਜੰਤੂ, ਇਹ ਸਭ ਸਾਰੇ ਮੰਗਣ ਵਾਲੇ ਹਨ। ਤੂੰ ਦਾਤਾ ਮੰਗਨ ਕੋ ਸਗਲੀ, ਸਾਰੇ ਮੰਗਦੇ ਹਨ। ਦਾਨ ਦੇ ਪ੍ਰਭ ਭਾਨੇ, ਇਹ ਸਤਿਗੁਰੂ ਖੁਸ਼ ਹੋ ਕੇ ਸਾਨੂੰ ਦਾਨ ਦੇਵੋ। ਨਾਮ ਦਾਨ ਵੱਲ ਇਸ਼ਾਰਾ ਹੈ। ਦਾਨ ਉਹ ਮੰਗਣਾ ਹੈ ਜਿਹੜਾ ਨਾਲ ਨਿਭ ਜਾਵੇ। ਖਿਨ ਮੈਂ ਅਵਰ ਖਿਨਾ ਮੈਂ ਅਵਰਾ, ਇੱਕ ਪਲ ਵਿੱਚ ਇਨਸਾਨ ਕਿੱਥੇ ਹੈ ਔਰ ਅਗਲੇ ਪਲ ਵਿੱਚ ਕਿੱਥੇ ਹੋ ਜਾਵੇ, ਇਹ ਕਿਸੇ ਨੂੰ ਕੁਛ ਨਹੀਂ ਪਤਾ। ਜਾਂ ਪ੍ਰਭੂ ਦੇ ਗੁਣਾਂ ਦੇ ਬਾਰੇ ਵੀ ਦੱਸਿਆ ਗਿਆ ਹੈ, ਇਸ਼ਾਰਾ ਕਿ ਪ੍ਰਭੂ ਖਿਨ ਵਿੱਚ ਕੀ ਕਰ ਸਕਦਾ ਹੈ ਤੇ ਕੀ ਕਰਵਾ ਸਕਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿ। ਅਚਰਜ ਹੁੰਦਾ ਹੈਰਾਨ ਕਰਨ ਵਾਲੇ ਤੁਹਾਡੇ ਚੋਜ ਹਨ ਇਸ ਧਰਤੀ ਦੇ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਤੁਸੀਂ ਬੜੇ ਹੀ ਗੂੜੇ ਹੋ, ਬੜੇ ਹੀ ਗਹਿਰ ਔਰ ਗੰਭੀਰ ਹੋ, ਬੜੇ ਹੀ ਉੱਚੇ ਹੋ, ਅਗਮ ਹੋ, ਅਪਾਰ ਹੋ, ਤੁਹਾਡਾ ਕੋਈ ਅੰਤ ਨਹੀਂ ਹੈ। ਪ੍ਰਭੂ ਦੇ ਗੁਣ ਦੱਸੇ। ਸਾਧ ਸੰਗ ਜੋ ਤੁਮੈ ਮਿਲਾਇਓ, ਤਉ ਸੁਣੀ ਤੁਮਾਰੀ ਬਾਣੀ। ਇਹ ਜਿਹੜੀ ਸਾਧ ਸੰਗਤ ਦੀ ਘੜੀਆਂ ਹਨ,
ਜੋ ਇਸ ਵੇਲੇ ਆਪ ਜੀ ਨੂੰ ਪ੍ਰਾਪਤ ਹੋਈਆਂ ਹਨ। ਇਹਦੇ ਅੰਦਰ ਬਾਣੀ ਸੁਣਨ ਨੂੰ ਮਿਲਦੀ ਹੈ। ਬਾਣੀ ਦੀ ਵਿਚਾਰ, ਅਰਦਾਸ, ਹੁਕਮਨਾਮੇ ਸਾਹਿਬ ਜੀ ਦਾ ਕਥਾ, ਸੰਤਾਂ ਦੀ ਕਥਾਵਾਂ, ਇਹ ਸਤਿਗੁਰੂ ਮਹਾਰਾਜ ਵੀ ਇਸ ਵਿਸ਼ੇਸ਼ਤਾ ਦੀ ਖੂਬੀ ਦਾ ਵਿਖਿਆਨ ਕਰਦੇ ਹਨ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਣੀ ਬਾਣੀ। ਤੁਹਾਡੀ ਬਾਣੀ ਤਾਂ ਸੁਣੀ ਹੈ। ਅਨੰਦ ਪਿਆ ਵੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਮਾਣੀ। ਆਨੰਦ, ਜ਼ਿੰਦਗੀ ਅੰਦਰ ਖੁਸ਼ਹਾਲੀ ਆ ਗਈ ਹੈ। ਵੇਖਤ ਹੀ ਨਾਨਕ, ਜਦੋਂ ਪ੍ਰਭੂ ਦੇ ਦਰਸ਼ਨ ਦਿਦਾਰੇ ਹੋਏ। ਪ੍ਰਤਾਪ ਪੁਰਖ ਨਿਰਮਾਣੀ, ਇਹ ਉਸ ਪੁਰਖ ਦੀ ਨਿਸ਼ਾਨੀਆਂ ਹਨ ਜੋ ਉਹਨਾਂ ਦੇ ਦਰਸ਼ਨ ਕਰਕੇ ਹੀ ਮਨ ਸ਼ਾਂਤ ਹੋ ਰਿਹਾ ਹੈ, ਸ਼ਾਂਤੀ ਵਿੱਚ ਜਾ ਰਿਹਾ ਹੈ। ਜਿੰਨਾ ਮਰਜੀ ਘਰ ਤੋਂ ਕਲਪੇ ਆਈਏ, ਦੁਨਿਆਵੀ ਟੈਨਸ਼ਨ ਤੋਂ, ਚਿੰਤਾ ਤੋਂ ਆਈਏ, ਪਰ ਜਦੋਂ ਬਾਣੀ ਸੁਣੀਦਾ ਨਾ, ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ। ਮਨ ਟਿਕਾ ਵਿੱਚ ਆ ਜਾਂਦਾ ਹੈ। ਮਨ ਨੂੰ ਸਬਰ, ਸੰਤੋਖ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਮਹਾਰਾਜ ਦੁਨੀਆ 'ਚ ਹੋਰ ਵੀ ਤੇ ਦੁਖੀ ਬੈਠੇ, ਇੱਕ ਮੈਂ ਹੀ ਦੁਖੀ ਥੋੜ੍ਹਾ ਨਾ, ਮੇਰੇ ਤੋਂ ਵੀ ਅੱਗੇ ਤੋਂ ਅੱਗੇ ਦੁਖੀ ਬੈਠੇ ਹਨ। ਕਿਸੇ ਨੂੰ ਕੀ ਚਿੰਤਾ ਹੈ, ਕਿਸੇ ਨੂੰ ਕੀ ਹੈ, ਸਭ ਦੀ ਆਪਣੀ ਆਪਣੀ ਗੱਲਾਂ ਹੈ। ਭਗਤ ਨਾਮਦੇਵ ਜੀ ਅੱਜ ਸੰਤ ਮੰਡਲੀ ਦੁਆਰਕਾ ਪੁੱਜੀ ਹੈ। ਵਿੱਚ ਭਗਤ ਨਾਮਦੇਵ ਜੀ ਸਨ, ਨਾਲ ਸਾਧੂ ਸੰਤ। ਇਤਫਾਕ ਨਾਲ ਭਗਤ ਨਾਮਦੇਵ ਜੀ ਨਾ ਸੰਤ ਮੰਡਲੀ ਨਾਲੋਂ ਵਿਛੜ ਕੇ ਇਕੱਲੇ ਰਹਿ ਗਏ। ਇੱਕ ਠਾਕੁਰ ਦੁਆਰੇ ਵੱਲ ਜਾ ਰਹੇ ਸਨ। ਠਾਕੁਰ ਦੇ ਦਰਵਾਜ਼ੇ ਤੇ ਜਾ ਰਹੇ ਸੀ ਨਾਮਦੇਵ ਭਗਤ। ਰਾਹ ਵਿੱਚ ਉਹਨਾਂ ਨੂੰ ਇੱਕ ਪਠਾਨ ਮਿਲ ਗਿਆ। ਪਠਾਨ ਸੀ ਕੋਈ ਬਹੁਤ ਅੜਬ, ਜਿਹਨੂੰ ਕਹਿੰਦੇ ਕਿ ਆਕੜ ਵਾਲਾ ਪਠਾਨ। ਉਹ ਹਿੰਦੂਆਂ ਨੂੰ ਬਹੁਤ ਮਾੜਾ ਸਮਝਦਾ ਸੀ ਪਠਾਨ। ਉਸਨੇ ਥੋੜਾ ਜਿਹਾ ਭਾਰ ਚੁਕਾਣਾ ਸੀ, ਬਸ ਥੋੜਾ ਜਿਹਾ। ਉਹਦੇ ਕੋਲ ਕੋਈ ਸਮਾਨ ਹੋਣਾ ਪਠਾਨ ਕੋਲ, ਕੋਈ ਪਾਂਡੀ ਜਾਂ ਵੇਗਾਰੀ ਨਾ ਹੋਣ ਕਰਕੇ ਉਸਨੇ ਭਗਤ ਜੀ ਨੂੰ ਫੜ ਕੇ ਮੱਲੋ ਮੱਲੀ ਉਹਨਾਂ ਦੇ ਸਿਰ ਉੱਪਰ ਭਾਰ ਰੱਖ ਦਿੱਤਾ। ਕੋ ਸਤਨਾਮ ਸ਼੍ਰੀ ਵਾਹਿਗੁਰੂ। ਭਗਤ ਨਾਮਦੇਵ ਦੇ ਸਿਰ ਤੇ ਨਾ ਉਸ ਪਠਾਨ ਨੇ ਪੋਟਲੀ ਚਕਾਤੀ। ਪਰ ਭਗਤ ਜੀ ਨਾਰਾਜ਼ ਨਹੀਂ ਹੋਏ ਇਸ ਗੱਲ ਤੋਂ, ਕਿਉਂਕਿ ਨਿਮਰਤਾ ਵਾਲੇ ਸਨ ਭਗਤ ਨਾਮਦੇਵ। ਹਰ ਗੱਲ ਵਿੱਚ ਰੱਬ ਦੇਖਦੇ ਸੀ। 72 ਵਾਲੀ ਉਹਨਾਂ ਨੂੰ ਦਰਸ਼ਨ ਹੋਏ, ਉਹਨਾਂ ਨੇ ਪਛਾਣ ਕਰ ਲਈ, ਰੱਬ ਨੂੰ ਨਿਕਲਣ ਨਹੀਂ ਦਿੱਤਾ। ਭਗਵਾਨ ਬੀਠਲ ਨੂੰ ਕਦੀ ਭਜਨ ਨਹੀਂ ਦਿੱਤਾ ਭਗਤ ਨਾਮਦੇਵ, ਖਾਸੀਅਤ ਸੀ। ਕੋਈ ਨਾ ਨੁਕਰ ਨਹੀਂ ਕੀਤੀ, ਭਾਰ ਚੁੱਕ ਕੇ ਤੁਰੇ ਜਾਂਦੇ। ਜਾਂਦੇ ਹੋਏ ਇਹ ਸ਼ਬਦ ਪ੍ਰਭੂ ਦੀ ਉਸਤਤ ਵਿੱਚ ਉਚਾਰਦੇ ਹੋਏ ਗਾਈ ਗਏ। ਹੱਲੇ ਯਾਰਾ, ਹੱਲੇ ਯਾਰਾ ਖੁਸ਼ਖਬਰੀ, ਬਲ ਬਲ ਜਾਉ ਹੋ ਬਲ ਬਲ ਜਾਉ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ, ਰਾਉ ਬੂਜਾ ਆਮਦ ਕੂਜਾ ਰਫਤੀ ਕੂਜਾ, ਮੈਂ ਰਵੀ ਦੁਆਰਕਾ ਨਗਰੀ ਰਾਸ ਭਗੋਈ, खूब तेरी पगड़ी मीठे तेरे बोल, द्वारका नगरी काहे के मगोल, चंदी हजार आलम एकल खाना, हम चीनी पाशाह सावले बरना, आसपत गजपत नरे नरिंद नामे के स्वामी मीर मुकंद। इदा अर्थ यह है, हे मित्र हे साजन, अपनी प्रसन्नता दी खबर ते क्यों खुश हो, मैं तैथों कुर्बान जांदा हाँ, तेरी वगार बड़ी चंगी है। पठान दे बारे कहंदे तेरी वगार जो मेरे सिर ते पटली है बड़ी चंगी लग रही है, तेरा नाम बड़ा बड़ा है, आली है। कूजा आमद, तेरा नाम है कूजा अहमद, कित्थों आए हो?
ਕੁਜਾ ਰਖਤੀ ਕਿੱਥੇ ਗਿਆ ਸੀ, ਕੁਜਾ ਮੇਰ ਵੀ ਕਿਧਰ ਚਲਿਆ ਹੈ। ਇਹ ਦਵਾਰਕਾ ਨਗਰੀ ਹੈ। ਦਵਾਰਕਾ ਪਠਾਨ ਨੂੰ ਕਹਿੰਦੇ ਹਨ ਭਗਤ ਨਾਮਦੇਵ, ਦਵਾਰਕਾ ਨਗਰੀ ਹੈ। ਇੱਥੇ ਸੱਚ ਦਸੀ ਮੁਗਲ, ਜਿਹੜੇ ਮੁਗਲ ਯਾਤਰੂ ਹੈ ਉਹ ਕਿੱਥੋਂ ਆ ਗਏ। ਨਾਮਦੇਵ ਜੀ ਉਸ ਨੂੰ ਕਹਿੰਦੇ ਹਨ ਤੇਰੀ ਪਗੜੀ ਬੜੀ ਸੋਹਣੀ ਹੈ। ਕਿੰਨੀ ਸੋਹਣੀ ਹੈ ਤੇਰੀ ਪਗੜੀ, ਤੇਰੇ ਬੋਲ ਕਿੰਨੇ ਮਿੱਠੇ ਹਨ। ਬੋਲਾਂ ਵੱਲ ਵੀ ਧਿਆਨ ਕਰਾਇਆ, ਤੁਹਾਡੇ ਬੋਲ ਕਿੰਨੇ ਮਿੱਠੇ ਹਨ ਪਠਾਨ ਜੀ। ਦਵਾਰਕਾ ਵਿੱਚ ਮੁਗਲ ਕਿੱਥੇ ਆ ਸਕਦੇ ਹੈ, ਨਹੀਂ ਆ ਸਕਦੇ। ਤੂੰ ਤਾਂ ਹਰੀ ਦਾ ਰੂਪ ਹੈ, ਤੂੰ ਅਸਪਤ ਹੈ, ਘੋੜਿਆਂ ਦਾ ਮਾਲਕ ਸੂਰਜ ਹੈ। ਤੂੰ ਗਜਪਤ ਹੈ, ਹਾਥੀਆਂ ਦਾ ਮਾਲਕ ਇੰਦਰ ਹੈ। ਨਰੇ ਨਰਿੰਦ ਮਨੁੱਖਾਂ ਦਾ ਰਾਜਾ ਬ੍ਰਹਮਾ, ਤੇ ਤੂੰ ਹੀ ਮੇਰਾ ਮੁਕੰਦ ਹੈ। ਮੁਕਤੀ ਦੇਣ ਵਾਲਾ ਮੁਕੰਦ ਕਿਹਾ ਜਾਂਦਾ ਹੈ। ਭਗਤੀ ਦਰਸ਼ਨ ਵਿੱਚੋਂ ਇਹ ਸ਼ਬਦ ਲਿੱਤਾ ਗਿਆ ਹੈ ਕਿ ਸਤਿਗੁਰ ਮਹਾਰਾਜ ਜੀ ਦੀ ਪਛਾਣ ਕਰਨੀ, ਇਹ ਭਗਤ ਨਾਮਦੇਵ ਦੀ ਖੂਬੀ ਸੀ। ਉਹ ਸੱਚਮੁੱਚੀ ਉਹ ਪਠਾਨ ਥੋੜਾ ਨਾ ਸਨ, ਉਹ ਤਾਂ ਆਪ ਹਰੀ ਧਰਤੀ ਤੇ ਆਏ ਸਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰੂਪ ਪਠਾਨ ਵਾਲਾ ਹੈ, ਪਹਿਚਾਨ ਭਗਤ ਨੇ ਕਰਨੀ ਸੀ, ਕਰਤੀ। ਇੱਕ ਵਾਰੀ ਭਗਤ ਨਾਮਦੇਵ ਨਾ ਇਸੀ ਤਰ੍ਹਾਂ ਤੀਰਥਾਂ ਦੇ, ਪੰਜਾਬ ਦੇ ਤੀਰਥਾਂ ਦੀ ਯਾਤਰਾ ਕਰ ਰਹੇ ਸਨ। ਭਗਤ ਮੰਡਲੀ ਨਾਲ ਸੀ, ਵਾਪਸ ਮੁੜਨਾ ਸੀ ਕਿੱਥੇ ਯਾਤਰਾ ਤੋਂ। ਇਹਨਾਂ ਦੀ ਸਲਾਹ ਹੋਈ ਕਿ ਦੇਸ਼ ਦੇ ਰੇਤਲੇ ਹਿੱਸੇ ਰਾਹੀਂ ਵਾਪਸ ਮੁੜਿਆ ਜਾਵੇ। ਰੇਤਲੇ ਹਿੱਸੇ ਤੇ ਪਹੁੰਚ ਗਏ ਤਾਂ ਕੀ ਹੋਇਆ, ਕੁਝ ਇਲਾਕੇ ਦੇ ਜੀਵਾਂ ਵਿੱਚ ਪ੍ਰਚਾਰ ਵੀ ਕੀਤਾ ਉਹਨਾਂ ਨੇ। ਚਲਦੀ ਚਲਦੀ ਸੰਤ ਮੰਡਲੀ ਨਾ ਬੀਕਾਨੇਰ ਪਹੁੰਚੀ ਹੈ, ਬੀਕਾਨੇਰ ਰਾਜਸਥਾਨ, ਕਿਉਂਕਿ ਰਾਜਪੂਤਨਾ ਦੇ ਵਿੱਚੋਂ ਅਜਮੇਰ ਵੱਲ ਜਾਣਾ ਸੀ ਇਹਨਾਂ ਨੇ। ਅਜਮੇਰ, ਬੀਕਾਨੇਰ ਵਿੱਚ ਕੀ ਹੋਇਆ, ਇੱਕ ਸਥਾਨ ਤੇ ਪੁੱਜੇ ਹਨ। ਉੱਥੇ ਪਹੁੰਚਦੇ ਹੀ ਨਾ ਉਹਨਾਂ ਨੂੰ ਪਿਆਸ ਲੱਗੀ ਹੈ ਬੜੀ ਜ਼ੋਰ ਦੀ, ਪਾਣੀ ਦੀ ਪਿਆਸ ਜਿਹਨੂੰ ਕਿਹਾ ਜਾਂਦਾ, ਪਿਆਸ ਲੱਗੀ। ਪਰ ਰੇਤ ਦੇ ਮਰੁੱਥਲਾਂ ਦੇ ਵਿੱਚ ਪਾਣੀ ਕਿੱਥੋਂ ਮਿਲੇਗਾ। ਸੂਰਜ ਦੇ ਸੇਕ ਨਾਲ ਅਸਮਾਨ, ਵਾਯੂਮੰਡਲ ਤੇ ਧਰਤੀ ਬਲਦੀ ਪਈ ਹੈ, ਭੱਠੀ ਬਣੀ ਪਈ ਹੈ। ਬੰਨੀ ਗਰਮੀ, ਇਹੀ ਦਿਨ ਚੱਲ ਰਹੇ ਸੀ ਜੂਨ ਦੇ। ਸਾਰੀ ਸੰਤ ਮੰਡਲੀ ਪਿਆਸ ਨਾਲ ਮਰਨ ਲੱਗ ਗਈ। ਜੋਗ ਦੇ ਬਲ ਨਾਲ ਇੱਕ ਮੰਡਲੀ ਅੰਦਰ ਗਿਆਨੇਸ਼ਵਰ ਨਾਮ ਦਾ ਸਿੱਧ ਵੀ ਸੀ, ਨੇ ਦੇਖਿਆ ਕਿ ਕੁਛ ਦੂਰ ਨਾ ਖੂਹ ਹੈ, ਕੁਛ ਗੱਜ ਤੇ ਸੀ, ਪਰ ਉਸਦਾ ਪਾਣੀ ਸੁੱਕਾ ਹੋਇਆ ਸੀ। ਤੇ ਉਸਨੇ ਸੰਤ ਮੰਡਲੀ ਨੂੰ ਕਿਹਾ ਕਿ ਭਗਵਾਨ ਦਾ ਆਸਰਾ ਲੈ ਕੇ ਥੋੜਾ ਜਿਹਾ ਰਸਤਾ ਹੋਰ ਤੈਅ ਕਰ ਲਓ ਪੰਥ, ਫਿਰ ਸ਼ਾਇਦ ਜਲ ਮਿਲ ਜਾਵੇ। ਉਹਨਾਂ ਸਾਧੂਆਂ ਨੇ ਹੌਸਲਾ ਕੀਤਾ, ਭਗਵਾਨ ਦਾ ਸਿਮਰਨ ਕੀਤਾ, ਕਰਦੇ ਹੋਏ ਸੁੱਕੇ ਖੂਹ ਤੇ ਪਹੁੰਚ ਗਏ। ਖੂਹ ਖੱਡਲ ਹੋ ਚੁੱਕਾ ਸੀ, ਖੰਡਰ ਜਾ, ਸਾਰੇ ਵਿੱਚ ਪੌਦੇ ਉੱਗੇ ਪਏ ਸੀ। ਗਿਆਨੇਸ਼ਵਰ ਨੇ ਕਿਹਾ, ਪ੍ਰਭੂ ਦੇ ਪਿਆਰਿਓ, ਮੈਂ ਬਰਤਨ ਲੈ ਕੇ ਹੇਠਾਂ ਜਾਣਾ। ਹੇਠਾਂ ਘੁਸ ਗਿਆ ਖੂਹ 'ਚ ਗਿਆਨੇਸ਼ਵਰ, ਪਾਣੀ ਲਿਆਉਣ ਦਾ ਯਤਨ ਕਰਦਾ। ਸੰਤਾਂ ਨੂੰ ਪਾਣੀ ਚਾਹੀਦਾ ਸੀ, ਉਹਨਾਂ ਮਨਜ਼ੂਰੀ ਦੇ ਦਿੱਤੀ, ਢਿੱਲ ਨਾ ਕੀਤੀ। ਗਿਆਨੇਸ਼ਵਰ ਜੀ ਕਰਮੰਡਲ ਲੈ ਕੇ ਹੇਠਾਂ ਗਏ। ਯੋਗ ਵਿਦਿਆ ਦੇ ਨਾਲ ਬਲ ਨਾਲ ਧਰਤੀ ਹੇਠ ਪੂਜੇ ਪਾਣੀ ਨੂੰ ਆਪ ਪਹਿਲੇ ਪੀਤਾ ਉਹਨਾਂ ਨੇ, ਕਮੰਡਲ ਭਰ ਕੇ ਪਿਆਸ ਬੁਝਾਈ। ਫਿਰ ਅੱਗੇ ਸਿੱਧਾਂ ਨੂੰ ਸੰਤਾਂ ਵਾਸਤੇ ਕਰਮੰਡਲ ਭਰ ਕੇ ਲੈ ਕੇ ਆ ਗਏ। ਸਾਰੇ ਸੰਤਾਂ ਨੇ ਰੱਜ ਕੇ ਪਾਣੀ ਪੀ ਲਿਆ। ਜਦੋਂ ਨਾਮਦੇਵ ਜੀ ਨੂੰ ਪਾਣੀ ਪੀਣ ਵਾਸਤੇ ਆਖਿਆ ਤੇ ਭਗਤ ਨਾਮ ਜੀ ਨੇ ਉੱਤਰ ਦਿੱਤਾ, ਮੇਰੀ ਰਾਖੀ ਮੇਰਾ ਵਿਠਲ ਕਰਦਾ ਹੈ, ਮੈਨੂੰ ਇਹ ਪਾਣੀ ਪੀਣ ਦੀ ਲੋੜ ਨਹੀਂ।
मेरी फिक्र उस परमात्मा नूं है। जे उसनूं मेरी लोड़ है तां इस खूह विचों पानी उपर कर देवेगा, नहीं तो मैं पानी नहीं पीना। आखो सतनाम श्री वाह। देखो भगत का विश्वास, कहते मैं पानी नहीं पीना, मरना कबूल है। ये आख के खूह के किनारे धरना मार के बैठ गए। भगत नाम दे बीठल का नाम लै रहे हैं, जपना शुरू करता। कोई अद्धे घंटे पिछों कड़क हुई धरती की, कड़क खूह दे विच कड़क करके संतां ने खूह दे अंदर झाकिया। संत देखते हैं कि यह की कौतुक होया भाई, कड़क की आवाज़ केड़ी आई है। विच झाकी मारी, मिट्टी का गढ़ जो खूह विच बंझा होया सी, उस वेले की होया, अपने आप टुट गया। मिट्टी का बंद सी ना खूह का, अपने आप ही आवाज़ आई, कड़क करके टूट गया। हौली हौली सारी मिट्टी अलोप हो गई जी। खूह विच ना एकदम कुंगू वर्गा ऐ साफ शीतल जल लहरा मारन लगे, जिस तरह कोई नदी उभर आई है, मारन लग गया। वो पानी बहुत उच्चा आ गया। संतां ने रोला पा दिता, पानी आ गया, पानी आ गया। इस आवाज़ के नाल भगत नामदेव जी समाधि खुल गई। उसना ने पूछया कि पानी आ गया। संतां ने उत्तर दिता, हाँ जी पानी आया है, तेरा विठल तेरे वास्ते लेके आया है। नामदेव जी ने ये शक्ति भक्ति की देख के ना सारी संत मंडली प्रभावित हो गई। भगत नामदेव जी जो रब ते बहुत भरोसा करते सन, जिन्हें कबीर भगत होए, रविदास होए, नामदेव भगत होए, इन्हों ने हमेशा ही भगती पैदा की है। रब नूं भी मजबूर करता है दर्शन देने वास्ते। ज्ञानेश्वर भी जड़े सिद्ध पुरुष नाल सी, जिन्हों ने पानी पहले लैके आए थे कमंडली, वो भी बड़े हैरान हुए। कहते ये तो बड़े बहुत भगती है इन्हों की, तो इन्होंने वास्ते तो पानी ऊपर तक आ गया, खूह भर गया सारा। मैं तो एक कमंडल ही भर के लिया सी। इसी तरह खूह के कोल ना ये नाल की कथा ही है। एक सुखा खूह सी, जवान बच्चे ना भगत नामदेव का मजाका उड़ान लगे, खिल्ली उड़ान लगे, मस्करी करन लगे। कहते भगत नामदेव सानू बड़ी जोर की प्यास लगी है, सानू उस खूही तो पानी चा लिया दे। भगत नामदेव जी चले गए मुंडिया के कहने ते। जो गए तो वह तो खूह सुखा सी, उधर तो एक प्रेत आत्मा रहिंदी सी, भूत रहिंदा सी। भगत नामदेव जी ने जो बाल्टी सुट्टी तो खड़ की आवाज़ आई, तो जिहड़ा भूत उधर पिशाच रहिंदा सी वो जाग गया, तो उठ के थां उपर भगत नाम जी के अगे खड़ा है, डरावना बड़ा उच्चा। भगत नामदेव जी ध्यान नाल देखते हैं, कहते बीठल तू इस रूप विच भी रहिंदा, इन्ने डरावने रूप विच भी तू दर्शन दे दिते। भूत हसन लग गया, कहते ये तो मैनू भगवान जान के मत्थे टेकी जाता है, यह तो पहला बंदा देखिया, सारे मेरे नेड़े नहीं आते, मैं तो खूह ते रोला पाया, ये खूह के नमस्कारा नतमस्तक हो जाता, ये कैसा भगत है। अखीर भगवान नू उस भूत के अंदरों प्रगट होना पै गया। आखो सतनाम श्री वाह। बीठल भी प्रगट हो गए हैं। क्यों? भगत नामदेव जी की श्रद्धा बड़ी सी। कोई काम फड़ना बस पूरा होने का पहले ही समझ लेना पूरा ही होगा। ये श्रद्धा भावना भगतों की बन जाती है। भरोसा आ जाता, छतरी लैके बैठे होंगे कि मीह पेगा पेगा, वो भावना नूं फल लग जाता है। गल दरअसल यह है कि कई बार काम नहीं होना होंदा, सच्ची गल है, पर वो काम हो भी जाता है, क्योंकि रब कहता है मेरा भगत तो मेरे उपर आस ला गया। हुण तां उन्हां वास्ते तो छोटा काम है ना, परमात्मा वास्ते तो कोई मुश्किल नहीं। उन्हां वास्ते तो छोटी छोटी गल है, पदार्थ पैसे आना, कोई भी काम बन जाना सरकारी, ये तो छोटी गल्लां प्रभु वास्ते वो बना देंगे है। क्योंकि भगत जी उस विश्वास के उपर कहते हैं कि मैनू रब ते भरोसा है कि रब जी मेरी ये औखी घड़ी कट देंगे।
ਇਹ ਭਗਤਾਂ ਦੀ ਸਾਖੀਆਂ ਤੋਂ ਨਾ ਇਹ ਗਿਆਨ ਪ੍ਰਾਪਤ ਹੁੰਦਾ ਹੈ ਤੇ ਭਗਤੀ ਵੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਕਿਸੇ ਮਹਾਂਪੁਰਸ਼ ਦੀ ਕਿਤਾਬਾਂ ਪੜ੍ਹਿਆ ਕਰੋ, ਜਾਂ ਭਗਤਾਂ ਦੀ ਸਾਰੇ 15 ਭਗਤਾਂ ਦੀ ਕਿਤਾਬ ਆਂਦੀ ਹੈ, ਉਹਨਾਂ ਵਿੱਚੋਂ ਵੀ ਸਾਖੀਆਂ ਕੱਢਿਆ ਕਰੋ। ਬੜਾ ਆਨੰਦ ਆਏਗਾ ਤੁਹਾਨੂੰ, ਬੜੀ ਹੀ ਪ੍ਰੇਰਨਾ ਪ੍ਰਾਪਤ ਹੋਏਗੀ, ਬੜਾ ਹੀ ਮਨ ਵਿੱਚ ਉਤਸ਼ਾਹ ਆਏਗਾ, ਤੁਹਾਡਾ ਡਿੱਗਿਆ ਹੋਇਆ ਮਨ ਕਾਬੂ ਆ ਜਾਏਗਾ। ਸਭ ਤੋਂ ਵੱਡੀ ਗੱਲ, ਕਿਉਂਕਿ ਅਸੀਂ ਰੋਜ਼ ਹੀ ਗਿਰਦੇ ਹਾਂ ਜੀ, ਸਾਡਾ ਕੀ ਪਤਾ ਹੈ ਅੱਜ ਅਸੀਂ ਖੁਸ਼ ਹਾਂ, ਅਗਲੇ ਦਿਨ ਫਿਰ ਉਦਾਸ। ਅੱਜ ਅਸੀਂ ਬੜੀ ਨਿਮਰਤਾ ਵਿੱਚ ਆ, ਅਗਲੇ ਦਿਨ ਪਤਾ ਨਹੀਂ ਕਿਸੇ ਨਾਲ ਝਗੜਾ ਹੋ ਜਾਏ ਸਾਡਾ, ਸਾਨੂੰ ਕੀ ਪਤਾ ਸਾਡੀ ਅਵਸਥਾ ਦਾ। ਇਹ ਤਾਂ ਰੱਬ ਨੂੰ ਪਤਾ ਹੈ, ਰੱਬ ਵਰਗਾ ਤੇ ਰੱਬ ਹੀ ਹੈ, ਰੱਬ ਦੇ ਗੁਣ ਤੇ ਰੱਬ ਵਿੱਚ ਹੀ ਹੈ। ਇਨਸਾਨ ਤੇ ਗਲਤੀ ਦਾ ਪੁਤਲਾ ਹੈ, ਇਨਸਾਨ ਕਦੀ ਰੱਬ ਨਹੀਂ ਬਣ ਸਕਦਾ। ਉਹ ਜਿਹੜੀ ਪਾਵਰ ਹੈ ਉਹ ਤਾਂ ਰੱਬ ਹੀ ਰਹੂਗੀ, ਸ਼ਕਤੀ ਤਾਂ ਰੱਬ ਹੀ ਰਹੇਗੀ। ਰੱਬ ਵਰਗੇ ਗੁਣ ਆਣੇ ਸ਼ੁਰੂ ਹੋ ਜਾਂਦੇ ਹੈ ਸੰਗਤ ਕਰਕੇ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਇਹ ਰੱਬ ਵਰਗੇ ਗੁਣ ਕਿਧਰੋਂ ਆਉਂਦੇ ਹੈ ਜੀ? ਤੇ ਪਹਿਲਾ ਅਸੀਂ ਪਾਠ ਕਰਦੇ ਹਾਂ ਨਾ, ਪਹਿਲੀ ਪੌੜੀ ਦਾ ਮੂਲ ਮੰਤਰ ਜਿਹਨੂੰ ਕਿਹਾ ਜਾਂਦਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇਹ ਰੱਬ ਦੇ ਗੁਣ ਹਨ। ਇਹਦੇ ਅਰਥ ਸਰਸਰੀ ਤੌਰ ਤੇ ਸਭ ਨੂੰ ਪਤਾ ਲੱਗ ਗਏ ਹਨ, ਕਿਉਂਕਿ ਆਮ ਸੁਣਦੇ ਰਹਿੰਦੇ। ਉਹ ਕਰਤਾ ਪੁਰਖ ਜਿਹਦਾ ਨਾਮ ਵੀ ਸਤ ਹੈ, ਜੋ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ, ਜੋ ਨਿਰਭਉ ਹੈ, ਜੋ ਜੂਨੀ ਵਿੱਚ ਨਹੀਂ ਪੈਂਦਾ, ਅਜੂਨੀ ਹੈ, ਨਾ ਕਿਸੇ ਕੋਲ ਡਰਦਾ ਹੈ ਰੱਬ। ਇਹ ਗੁਣ ਆਣੇ ਸ਼ੁਰੂ ਹੋ ਜਾਣਗੇ ਤੁਹਾਡੇ 'ਚ। ਰੱਬ ਨਹੀਂ ਬਣੋਗੇ ਪਰ ਤਾਂ ਵੀ ਰੱਬ ਰੱਬ ਹੀ ਹੈ। ਭਗਤ ਔਰ ਸਿੱਖ ਬਣ ਸਕਦੇ ਹੋ ਤੁਸੀਂ ਪ੍ਰੇਮਾ ਭਗਤੀ ਅੰਦਰ। ਰੱਬ ਦੇ ਜਿਹੜੇ ਗੁਣ ਹੈ ਆਣੇ ਤੁਹਾਡੇ ਅੰਦਰ ਆ ਜਾਣਗੇ। ਉਹ ਧੀਰੇ ਧੀਰੇ ਇੰਨੇ ਵੱਜ ਜਾਣਗੇ, ਤੁਹਾਡੇ ਅੰਦਰ ਨਾਮ ਸਿਮਰਨ ਚੱਲ ਪਏਗਾ। ਫਿਰ ਤੁਹਾਨੂੰ ਦੁਨੀਆ ਦਾ ਹਰ ਬੰਦਾ ਰੱਬ ਨਜ਼ਰ ਆਣਾ ਸ਼ੁਰੂ ਹੋਏਗਾ। ਫਿਰ ਇੱਕ ਅਵਸਥਾ ਆਏਗੀ ਬ੍ਰਹਮ ਗਿਆਨ ਦੀ। ਉਹ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਭਗਤ ਹੈ ਜਿਹੜਾ ਸੰਤ, ਉਹ ਵੀ ਰੱਬ ਦਾ ਰੂਪ ਬਣ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਭ ਤੋਂ ਉੱਚੀ ਕਲਾਸ ਹੈ। ਇਹਦੇ ਵਿੱਚ ਅਭੇਦ ਪੁਰਖ ਕਿਹਾ ਜਾਂਦਾ ਹੈ, ਜੋ ਰੱਬ ਵਰਗਾ ਬਣ ਸਕਦਾ ਹੈ। ਫਿਰ ਉਹਦੇ ਬੋਲ ਵੀ ਸੱਚ ਹੋਣੇ ਸ਼ੁਰੂ ਹੋ ਜਾਂਦੇ। ਉਹ ਆਪਣੇ ਆਪ ਨੂੰ ਰੱਬ ਦੇ ਵਿੱਚ ਔਰ ਆਪਣੇ ਆਪ ਹੀ ਭੇਦ ਨਹੀਂ ਜਾਣਦਾ। ਕਬੀਰ ਵੀ ਪਹਿਲੇ ਤੇ ਭਗਤੀ ਸ਼ੁਰੂ ਹੋਏ ਸੀ, ਰਾਮ ਰਾਮ ਕਰਦੇ। ਫਿਰ ਇੱਕ ਦਿਨ ਕਬੀਰ ਵੀ ਰਾਮ ਦਾ ਰੂਪ ਹੋ ਗਏ ਸੀ, ਜੋ ਕਬੀਰ ਜੀ ਨੇ ਬਾਣੀ ਦੇ ਵਿੱਚ ਦਰਜ ਕਰਤਾ ਹੈ। ਕਬੀਰ ਵੀ ਰਾਮ ਬਣ ਗਏ, ਹੋ ਜਾਂਦੇ ਹੈ। ਪਰ ਅਵਸਥਾ ਬੜੀ ਡੂੰਘਾਈ ਵਾਲੀ ਹੈ, ਬੜੀ ਉੱਚੀ ਅਵਸਥਾ ਦੀ ਗੱਲ ਹੋ ਰਹੀ ਹੈ ਇਸ ਟਾਈਮ। ਹਜੇ ਨਹੀਂ ਸਮਝ ਆਏਗੀ, ਹੌਲੇ 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 ਨਾਮ ਜਪ ਕੇ ਸਮਝ ਆਏਗੀ ਭਾਈ। ਇਸ ਕਰਕੇ ਭਗਤੀ ਸ਼ੁਰੂ ਕਰ ਦੋ, ਪਹਿਲਾ ਕਦਮ ਤੇ ਪੁੱਟੋ ਨਾ, ਅੱਗੇ ਫਿਰ ਗੁਰੂ ਦੇਖ ਲੇਗਾ। ਗੁਣ ਧਾਰੋ, ਕਿਸੇ ਦਾ ਭਲਾ ਕਰੋ, ਪਰਉਪਕਾਰ ਕਰੋ, ਮਿੱਠੇ ਬੋਲੋ, ਮਨ ਵਿੱਚ ਸ਼ਰਧਾ ਭਾਵਨਾ, ਮਨ ਵਿੱਚ ਭਰੋਸੇ ਦੀ ਦਾਤ ਮੰਗੋ, ਅਰਦਾਸਾਂ ਕਰੋ, ਇਹ ਗੁਣ ਆ ਜਾਣ। ਆਓ ਸਾਰੇ ਹੁਣ ਨਾਮ ਜਪ ਕੇ ਸਮਾਪਤੀ ਵੱਲ ਵਧੀਏ ਜੀ। ਵਾਹਿਗੁਰੂ 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 ਵਾਹਿਗੁਰੂ।